Good morning, students. Welcome to the lecture of engineering material. This is Amit Verma, and I am a lecturer of mechanical department in Satyam Polytechnic College. Today, I will discuss two important questions, which are mainly coming in the exams. So, this question is carried out from the previous year's question paper. The first question is how material are classified. Discuss the mechanical properties of material. ਸੋ ਇਹਦੇ ਵਿੱਚ ਕੀ ਆ, ਉਹਨਾਂ ਨੇ ਪੁੱਛਿਆ ਕਿ ਮਟੀਰੀਅਲ ਨੂੰ ਆਪਾਂ ਕਿੱਦਾਂ ਵੰਡ ਸਕਦੇ ਹਾਂ, ਕਿੱਦਾਂ ਵੰਡਿਆ ਜਾਂਦਾ ਅਤੇ ਉਹਦੀਆਂ ਮਕੈਨੀਕਲ ਪ੍ਰੋਪਰਟੀਜ਼ ਨੂੰ ਦੱਸੋ। ਸੋ ਫਸਟ ਹੈਗਾ ਆ ਕਿ ਮਟੀਰੀਅਲ ਕਲਾਸੀਫਾਈਡ ਕਿੱਦਾਂ ਕੀਤੇ ਜਾਂਦੇ ਆ। ਸਭ ਤੋਂ ਪਹਿਲਾਂ ਤਾਂ ਮੈਟਲਸ ਐਂਡ ਅਲੋਇਜ਼, ਠੀਕ ਹੈ। ਮੈਟਲਸ ਐਂਡ ਅਲੋਇਜ਼ ਹੁੰਦੇ ਆ। ਹੁਣ ਮਟੀਰੀਅਲ ਨੂੰ ਆਪਾਂ ਮੇਨਲੀ ਕਲਾਸੀਫਾਈਡ ਕਰਦੇ ਹਾਂ ਮੈਟਲਸ ਐਂਡ ਨੋਨ ਮੈਟਲਸ ਦੇ ਵਿੱਚ, ਮਗਰ ਆਪਾਂ ਮੈਟਲਸ ਨੂੰ ਲੈ ਕੇ ਚੱਲਣਾ ਕਿਉਂਕਿ ਉਹਦੀਆਂ ਮਕੈਨੀਕਲ ਪ੍ਰੋਪਰਟੀਜ਼ ਮਟੀਰੀਅਲ ਦੀਆਂ ਦੱਸਣੀਆਂ। ਸੋ ਮੈਟਲਸ ਐਂਡ ਅਲੋਇਜ਼ ਹੁੰਦੇ ਆ, ਸੈਰਾਮਿਕਸ ਹੁੰਦੇ ਆ, ਔਰਗੈਨਿਕ ਪੋਲੀਮਰਸ ਹੁੰਦੇ ਆ ਉਹੀ। ਸੋ ਔਰਗੈਨਿਕ ਪੋਲੀਮਰਸ ਕਿਹਨੂੰ ਕਹਿੰਦੇ ਆ, ਉਹ ਸਾਰੇ ਨੋਨ ਮੈਟਲਸ ਵਿੱਚ ਆ ਜਾਂਦੇ ਆ, ਕੰਪੋਜ਼ਿਟਸ ਹੁੰਦੇ ਆ। ਸਭ ਤੋਂ ਪਹਿਲਾਂ ਇਹ ਹੋ ਗਿਆ ਆਪਣੇ ਮਟੀਰੀਅਲ ਨੂੰ ਕਲਾਸੀਫਾਈਡ ਕੀਤਾ 4 ਹਿੱਸਿਆਂ ਦੇ ਵਿੱਚ। ਸੋ ਮੇਨ 4 ਹਿੱਸਿਆਂ 'ਚ ਕਲਾਸੀਫਾਈਡ ਕੀਤਾ ਗਿਆ। ਨੈਕਸਟ ਹੈ ਮਕੈਨੀਕਲ ਪ੍ਰੋਪਰਟੀਜ਼ ਆਫ ਮੈਟਲ। ਸਭ ਤੋਂ ਪਹਿਲੀ ਪ੍ਰੋਪਰਟੀ ਆ ਸਟਰੈਂਥ। ਸੋ ਸਟਰੈਂਥ ਕੀ ਹੁੰਦੀ ਆ? ਦੀ ਸਟਰੈਂਥ ਆਫ ਅ ਮਟੀਰੀਅਲ ਇਜ਼ ਟੂ ਐਬਿਲਿਟੀ ਟੂ ਵਿਥਸਟੈਂਡ ਡਿਸਟਰਕਸ਼ਨ ਅੰਡਰ ਦੀ ਐਕਸ਼ਨ ਆਫ ਐਕਸਟਰਨਲ ਲੋਡ। ਸੋ ਉਹ ਸਟਰੈਂਥ ਮਟੀਰੀਅਲ ਦੀ ਉਹ ਇੱਦਾਂ ਦੀ ਇੱਕ ਇਹੋ ਜਿਹੀ ਪ੍ਰੋਪਰਟੀ ਹੁੰਦੀ ਹੈ ਜਿਸ ਦੇ ਵਿੱਚ ਮਟੀਰੀਅਲ ਜਿਹੜਾ ਆ ਐਕਸਟਰਨਲ ਲੋਡ ਨੂੰ ਸਹਿਣ ਕਰਨ ਦੀ ਤਾਕਤ ਰੱਖਦਾ। ਐਕਸਟਰਨਲ ਲੋਡ ਕੀ, ਕੋਈ ਵੀ ਫੋਰ ਐਗਜ਼ਾਮਪਲ ਇੱਕ ਟਰੱਕ ਦਾ ਜਿਹੜਾ ਸਟਰਕਚਰ ਜੋ ਬਣਿਆ, ਚੈਸੀ ਬਣੀ ਆ, ਉਸਦੀ ਜੋ ਮਟੀਰੀਅਲ ਦੀ ਸਟਰੈਂਥ ਹੈ ਉਹ ਇੰਨਾ ਕੁ ਲੋਡ ਸਹਿਣ ਕਰ ਜਾਂਦੀ ਆ, ਜ਼ਿਆਦਾ ਤੋਂ ਜ਼ਿਆਦਾ ਲੋਡ ਉਹ ਕੈਰੀ ਕਰ ਸਕੇ। ਸੋ ਇੰਨੀ ਕੁ ਤਾਕਤ ਹੁੰਦੀ ਉਸ ਦੇ ਵਿੱਚ। ਸੋ ਨੈਕਸਟ ਹੈ ਇਲਾਸਟਿਸਿਟੀ। It is the property of the material by virtue of which deformation caused by applied load disappear upon removal of load। ਸੋ ਇਲਾਸਟਿਸਿਟੀ ਆਪਣੀ ਇੱਕ ਤਰ੍ਹਾਂ ਦੀ ਇੱਕ ਇਹੋ ਜਿਹੀ ਪ੍ਰੋਪਰਟੀ ਹੁੰਦੀ ਆ ਜਿਸ ਦੇ ਵਿੱਚ ਮਟੀਰੀਅਲ ਡੀਫੋਰਮ ਹੋ ਜਾਂਦਾ ਆ ਜਦੋਂ ਉਸ ਦੇ ਉੱਪਰ ਲੋਡ ਨੂੰ ਅਪਲਾਈ ਕੀਤਾ ਜਾਂਦਾ, ਮਗਰ ਉਹ ਜਦੋਂ ਉਸ ਦੇ ਉੱਪਰ ਮਟੀਰੀਅਲ ਨੂੰ ਲੋਡ ਨੂੰ ਰਿਮੂਵ ਕੀਤਾ ਜਾਂਦਾ, ਠੀਕ ਹੈ, ਹਟਾ ਦਿੱਤਾ ਜਾਂਦਾ ਲੋਡ ਨੂੰ, ਤਾਂ ਉਹ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਆ ਜਾਂਦਾ। Next is stiffness. The resistance of a material to elastic deformation is called stiffness। ਉਹ ਪ੍ਰੋਪਰਟੀ ਜੋ ਕਿ ਇਲਾਸਟਿਕ ਡੀਫੋਰਮੇਸ਼ਨ ਹੋਣ ਤੋਂ ਰੋਕਦੀ ਆ ਉਸ ਨੂੰ ਕਹਿੰਦੇ ਆ ਸਟਿਫਨੈਸ। ਨੈਕਸਟ ਹੈ ਡਕਟਿਲਿਟੀ। ਦੀ ਪ੍ਰੋਪਰਟੀ ਆਫ a material by virtue of which these can be drawn into wires called ductility। ਸੋ ਡਕਟਿਲਿਟੀ ਇੱਕ ਇਹੋ ਜਿਹੀ ਪ੍ਰੋਪਰਟੀ ਹੈ ਜਿਸ ਦੇ ਵਿੱਚ ਆਪਾਂ ਮਟੀਰੀਅਲ ਨੂੰ ਸਟਰੈਚ ਕਰਦੇ ਹਾਂ, ਸਟਰੈਚ ਕਰਕੇ ਉਸਨੂੰ ਲੰਬੀ ਵਾਇਰਸ ਦੇ ਵਿੱਚ ਕਨਵਰਟ ਕੀਤਾ ਜਾਂਦਾ, ਠੀਕ ਹੈ। ਹੁਣ ਆਇਰਨ ਦੀਆਂ ਆਪਾਂ ਕਦੀ ਵਾਇਰਸ ਦੇਖੀਆਂ, ਆਇਰਨ ਦੇ ਵਿੱਚ ਜੋ ਡਕਟਿਲਿਟੀ ਹੁੰਦੀ 0 ਹੁੰਦੀ ਆ। ਸੋ ਇਹਦਾ ਕਾਰਨ ਕੀ ਆ? ਉਸ ਦੇ ਵਿੱਚ ਡਕਟਿਲਿਟੀ 0 ਆ, ਉਸਨੂੰ ਲੰਬਾ ਨਹੀਂ ਕੀਤਾ ਜਾ ਸਕਦਾ। ਸੋ ਆਇਰਨ ਦੇ ਵਿੱਚ ਪ੍ਰੋਪਰਟੀ ਹੈ ਹੀ ਨਹੀਂ ਡਕਟਿਲਿਟੀ, ਸੋ ਉਸਨੂੰ ਕਿੱਦਾਂ ਵਾਇਰਸ ਦੇ ਵਿੱਚ ਬਣਾ ਸਕੀਏ। ਉਹ ਵੀ ਗੁੱਡ ਕੰਡਕਟਰ ਆਫ ਇਲੈਕਟ੍ਰੀਸਿਟੀ ਆ, ਇਹ ਵੀ ਗੁੱਡ ਕੰਡਕਟਰ। ਹੁਣ ਜਿੱਦਾਂ ਕਾਪਰ ਵਾਇਰਸ, ਐਲੂਮੀਨੀਅਮ ਵਾਇਰਸ ਬਣਾਈ ਜਾਂਦੀਆਂ, ਉਹਦੇ ਵਿੱਚ ਡਕਟਿਲਿਟੀ ਬਹੁਤ ਜ਼ਿਆਦਾ ਹੁੰਦੀ ਆ। ਮੈਲੇਬਿਲਿਟੀ। ਇਟ ਇਜ਼ ਦੀ ਪ੍ਰੋਪਰਟੀ ਬਾਈ ਵਰਚੂ ਆਫ ਵਿਚ metals can be hammed or rolled into sheets without rupture। ਸੋ ਹੁਣ ਮੈਲੇਬਿਲਿਟੀ ਦੀ ਗੱਲ ਕਰੀਏ, ਮੈਲੇਬਿਲਿਟੀ ਉਹ ਪ੍ਰੋਪਰਟੀ ਹੈ ਜਿਸ ਦੇ ਵਿੱਚ ਆਪਾਂ ਜੋ ਮਟੀਰੀਅਲ ਨੂੰ ਆਪਾਂ ਇੱਕ ਲੰਬਾ ਕਰ ਦਿੰਦੇ ਹਾਂ, ਫੈਲਾ ਦਿੰਦੇ, ਠੀਕ ਹੈ, ਜਿਹਦੇ ਵਿੱਚ ਆਪਾਂ ਕਿਸੇ ਵੀ ਮਟੀਰੀਅਲ ਨੂੰ ਆਪਾਂ ਸ਼ੀਟਸ ਦੇ ਵਿੱਚ ਕਨਵਰਟ ਕੀਤਾ ਜਾਂਦਾ। ਹੁਣ ਆਇਰਨ ਦੀਆਂ ਸ਼ੀਟਸ ਬਣਦੀਆਂ, ਸ਼ੈੱਡ ਬਣਦੀਆਂ ਜਿਹੜੀਆਂ ਘਰਾਂ ਦੇ ਵਿੱਚ ਆਇਰਨ ਦੀਆਂ ਬਣੀਆਂ ਹੁੰਦੀਆਂ, ਉਹ ਆਪਾਂ ਕਾਪਰ ਦੀਆਂ ਨਹੀਂ ਬਣਾ ਦਿੰਦੇ ਕਿਉਂਕਿ ਕਾਪਰ ਵਿੱਚ ਡਕਟਿਲਿਟੀ ਹੁੰਦੀ ਹੈ, ਆਇਰਨ ਵਿੱਚ ਮੈਲੇਬਿਲਿਟੀ ਹੁੰਦੀ ਹੈ। ਸੋ ਠੀਕ ਹੈ, ਸਟੀਲ ਵਿੱਚ ਮੈਲੇਬਿਲਿਟੀ ਹੁੰਦੀ ਹੈ। ਸੋ ਇਹ ਚੀਜ਼ ਹੈ। ਨੈਕਸਟ ਹੈ ਹਾਰਡਨੈਸ। ਇਟ ਇਜ਼ ਦੀ ਪ੍ਰੋਪਰਟੀ ਆਫ ਦ ਮਟੀਰੀਅਲ ਬਾਈ ਵਰਚੂ ਆਫ ਵਿਚ ਇਟ ਰੈਜ਼ਿਸਟ
ਡੈਂਟੇਸ਼ਨ, ਪੈਨੀਟ੍ਰੇਸ਼ਨ ਐਕਸੈਟਰਾ। ਸੋ ਹਾਰਡਨੈਸ ਉਹ ਚੀਜ਼ ਹੈ ਜਿਸ ਦੇ ਵਿੱਚ ਆਪਾਂ ਨਾ ਹੀ ਮਟੀਰੀਅਲ ਨੂੰ ਦੇ ਉੱਪਰ ਸਕ੍ਰੈਚਿਸ ਪਾ ਸਕੀਏ, ਨਾ ਹੀ ਉਸ ਦੇ ਉੱਪਰ ਉਸ ਨੂੰ ਪੈਨੀਟ੍ਰੇਟ ਕਰ ਸਕੀਏ, ਮੀਨਸ ਕਿ ਨਾ ਹੀ ਉਸ ਦੇ ਵਿੱਚ ਆਪਾਂ ਹੋਲ, ਠੀਕ ਹੈ, ਡਰਿਲਿੰਗ ਕਰ ਸਕੀਏ, ਨਾ ਹੀ ਉਸਦੇ ਵਿੱਚ ਆਪਾਂ ਗ੍ਰਾਈਂਡਿੰਗ ਕਰ ਸਕੀਏ। ਸੋ ਉਸ ਚੀਜ਼ ਨੂੰ ਜੋ ਰੋਕਦਾ, ਜੋ ਡਰਿਲਿੰਗ ਨੂੰ ਰੋਕਦਾ, ਜੋ ਡਰਿਲਿੰਗ ਨੂੰ ਰੋਕਦਾ, ਜੋ ਉੱਤੇ ਜੋ ਚਿੱਬ ਪੈ ਜਾਂਦੇ ਉਸ ਚੀਜ਼ ਨੂੰ ਰੋਕਦਾ ਨਾ। ਸੋ ਉਸ ਚੀਜ਼ ਨੂੰ ਹਾਰਡਨੈਸ ਕਹਿੰਦੇ ਆ। ਹਾਰਡਰ ਮਟੀਰੀਅਲ ਜਿਹੜਾ ਉਹਦੇ ਉੱਪਰ ਨਾ ਹੀ ਕਦੀ ਕੋਈ ਕਿਸੇ ਤਰ੍ਹਾਂ ਦਾ, ਠੀਕ ਹੈ, ਨਾ ਹੀ ਕੋਈ ਕੁਛ ਇੰਡੈਂਟੇਸ਼ਨ ਪੈਂਦੀ ਆ, ਨਾ ਹੀ ਕੋਈ ਪੈਨੀਟ੍ਰੇਸ਼ਨ ਕਰ ਸਕਦੇ ਹਾਂ ਆਪਾਂ, ਮੀਨਸ ਡਰਿਲਿੰਗ ਕਰ ਸਕਦੇ ਹਾਂ, ਉੱਤੇ ਸਕ੍ਰੈਚਿਸ ਪੈ ਸਕਦੇ, ਕਦੀ ਵੀ ਨਹੀਂ ਇੱਦਾਂ ਹੋ ਸਕਦਾ। ਟਫਨੈਸ ਹੁੰਦੀ ਹੈ, ਇਟ ਇਜ਼ ਦੀ ਐਬਿਲਿਟੀ ਆਫ ਅ ਮਟੀਰੀਅਲ ਟੂ ਰੈਜ਼ਿਸਟ ਇੰਪੈਕਟ। ਟਫਨੈਸ ਹੁੰਦੀ ਆ ਕਿ ਕਿਸੇ ਵੀ ਝਟਕਿਆਂ ਨੂੰ ਸਹਿਣ ਕਰਨ ਦੀ ਜੋ ਤਾਕਤ ਰੱਖਦੀ ਆ ਮਟੀਰੀਅਲ, ਉਸ ਨੂੰ ਆਪਾਂ ਟਫਨੈਸ ਕਹਿੰਦੇ ਹਾਂ। ਬਰਾਈਟਨੈਸ ਕੀ ਹੁੰਦੀ ਹੈ? ਲੈਕ ਆਫ ਡਕਟਿਲਿਟੀ ਇਜ਼ ਕਾਲਡ ਬ੍ਰਿਟਲਨੈਸ। ਜਿਸ ਦੇ ਵਿੱਚ ਡਕਟਿਲਿਟੀ ਘੱਟ ਹੋਏਗੀ ਉਸ ਨੂੰ ਆਪਾਂ ਬ੍ਰਿਟਲਨੈਸ ਕਹਾਂਗੇ। ਬ੍ਰਿਟਲਨੈਸ ਕੀ ਆ? ਇੱਕ ਬਹੁਤ ਹੀ ਜ਼ਿਆਦਾ ਹਾਰਡ ਮਟੀਰੀਅਲ, ਠੀਕ ਹੈ। ਫੋਰ ਐਗਜ਼ਾਮਪਲ ਹਾਰਡ ਗਲਾਸ ਕਹਿ ਦਿੰਦੇ ਆਪਾਂ, ਕੱਚ ਦਾ ਗਲਾਸ ਜਿਹੜਾ ਹੁੰਦਾ, ਕੱਚ ਦਾ ਜੋ ਮਟੀਰੀਅਲ ਹੁੰਦਾ, ਕੱਚ ਦਾ ਬਣਿਆ ਹੁੰਦਾ, ਉਸ ਨੂੰ ਆਪਾਂ ਜੇਕਰ ਬ੍ਰਿਟਲ ਹੁੰਦਾ, ਜੇਕਰ ਥੋੜ੍ਹੀ ਜਿਹੀ ਉਚਾਈ ਤੋਂ ਵੀ ਥੱਲੇ ਡਿੱਗ ਦਈਏ ਉਹ ਚੂਰੋ ਚੂਰ ਹੋ ਜਾਣਾ। ਸੋ ਉਸ ਦੇ ਵਿੱਚ ਡਕਟਿਲਿਟੀ ਬਹੁਤ ਜ਼ਿਆਦਾ ਹੁੰਦੀ ਆ, ਠੀਕ ਹੈ, ਬ੍ਰਿਟਲਨੈਸ ਬਹੁਤ ਜ਼ਿਆਦਾ ਹੋਣ ਕਰਕੇ ਉਸ ਦੇ ਵਿੱਚ ਮੀਨਸ ਕਿ ਡਕਟਿਲਿਟੀ ਘੱਟ ਹੋਣ ਦੇ ਕਾਰਨ ਉਸ ਦੇ ਵਿੱਚ ਝਟਕਿਆਂ ਨੂੰ ਸਹਿਣ ਕਰਨ ਦੀ ਤਾਕਤ ਨਹੀਂ ਹੁੰਦੀ, ਜਿਸ ਦੇ ਕਾਰਨ ਉਹ ਜਿੱਦਾਂ ਹੀ ਉਸ ਦੇ ਉੱਪਰ ਕੋਈ ਨਾ ਕੋਈ ਇੰਪੈਕਟ ਹੁੰਦਾ, ਇੰਪੈਕਟ ਲੋਡ ਪੈਂਦਾ, ਟੁੱਟ ਜਾਂਦਾ ਛੇਤੀ। ਨੈਕਸਟ ਕੁਐਸਚਨ ਹੈ ਕੰਪੇਅਰ ਐਂਡ contrast elastic and plastic material in term of behavior under tensile load। ਸੋ ਆਪਾਂ ਇਲਾਸਟਿਕ ਅਤੇ ਪਲਾਸਟਿਕ ਮਟੀਰੀਅਲ ਨੂੰ ਟੈਂਸਾਈਲ ਲੋਡ ਦੇ ਅਕੋਰਡਿੰਗ ਉਸ ਦੇ ਬਿਹੇਵੀਅਰ ਨੂੰ ਦੱਸਣਾ ਕੀ ਹੁੰਦਾ। ਸੋ ਟੈਂਸਾਈਲ ਲੋਡ ਤੁਹਾਨੂੰ ਪਤਾ ਹੀ ਹੈ, ਠੀਕ ਹੈ। ਸਭ ਤੋਂ ਪਹਿਲਾਂ ਇਲਾਸਟਿਕ ਬਿਹੇਵੀਅਰ ਕੀ ਹੁੰਦਾ? ਇਲਾਸਟਿਕ ਤੁਹਾਨੂੰ ਪਤਾ ਹੀ ਹੈ ਪ੍ਰੋਪਰਟੀ ਕੀ ਹੁੰਦੀ, ਜੋ ਕਿ ਜਿਸ ਦੇ ਉੱਪਰ ਆਪਾਂ ਚਲੋ ਪੜ੍ਹ ਕੇ ਦੇਖਦੇ ਹਾਂ। ਦਿਸ ਟਾਈਪ ਆਫ ਡਿਫੋਰਮੇਸ਼ਨ ਇਜ਼ ਰਿਵਰਸੀਬਲ, ਠੀਕ ਹੈ। ਰਿਵਰਸੀਬਲ ਕਿਉਂ ਕਿਹਾ? ਕਿਉਂਕਿ ਇਸ ਦੇ ਉੱਪਰ ਜਿੱਦਾਂ ਹੀ ਆਪਾਂ ਅਪਲਾਈਡ ਲੋਡ ਨੂੰ ਅਪਲਾਈ ਕਰਦੇ ਹਾਂ, ਇਸ ਦੀ ਡਿਫੋਰਮੇਸ਼ਨ ਹੁੰਦੀ ਆ। ਜਦੋਂ ਲੋਡ ਨੂੰ ਰਿਮੂਵ ਕਰਦੇ ਨੇ, ਹਟਾ ਦਿੰਦੇ, ਇਹ ਫਿਰ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਆ ਜਾਂਦਾ। Once the force are no longer applied, the object return to its original shape. Elastomer and shape memory metals such as and nitinol exhibit large elastic deformation range, as does no rubber. However, elasticity is non-linear in these material. Normal metal ceramics, most crystal show linear elasticity as smaller elastics show. The elastic range when the material reaches its result strength. At this point, plastic deformation begin. ਸੋ ਉਸ ਦੇ ਵਿੱਚ ਇਹ ਕਿਹਾ ਆ ਕਿ ਜੋ ਸੈਰਾਮਿਕਸ ਮਟੀਰੀਅਲ ਨੋਰਮਲ ਮੈਟਲਸ ਹੁੰਦੇ ਆ, ਕ੍ਰਿਸਟਲਸ ਹੁੰਦੇ ਆ, ਉਸ ਦੇ ਵਿੱਚ ਜੋ ਇਲਾਸਟੀਸਿਟੀ ਹੁੰਦੀ ਬਹੁਤ ਹੀ ਘੱਟ ਹੁੰਦੀ ਆ। ਐਂਡ ਨੈਕਸਟ ਉਹਨਾਂ ਨੇ ਇਹ ਕਿਹਾ ਕਿ ਜਦੋਂ ਆਪਾਂ ਸਟਰੇਨ ਜੋ ਕਰਵ ਹੈ ਉਸ ਨੂੰ ਦੇਖਦੇ ਹਾਂ, ਜਦੋਂ ਆਪਾਂ ਉਸ ਦੇ ਵਿੱਚ ਜਦੋਂ ਯੀਲਡ ਸਟਰੈਂਥ ਆਉਂਦੀ ਆ, ਉਦੋਂ ਹੀ ਇਲਾਸਟੀਸਿਟੀ ਮਟੀਰੀਅਲ ਦੇ ਅੰਦਰ ਬਿਗਨ ਹੁੰਦੀ ਆ। ਮੀਨਸ ਕਿ ਜਦੋਂ ਆਪਾਂ ਮਟੀਰੀਅਲ ਨੂੰ ਯੀਲਡ ਸਟਰੈਂਥ ਨੂੰ ਤੱਕ ਲੈ ਕੇ ਜਾਂਦੇ ਹਾਂ, ਆਪਾਂ ਉਸ ਦੇ ਵਿੱਚ ਇਲਾਸਟੀਸਿਟੀ ਪ੍ਰੋਪਰਟੀ ਡਿਵੈਲਪ ਹੁੰਦੀ ਹੈ, ਬਿਗਨ ਹੁੰਦੀ ਹੈ। ਸੋ ਪਲਾਸਟਿਕ ਬਿਹੇਵੀਅਰ ਕੀ ਹੈ? ਕਹਿੰਦਾ ਪਲਾਸਟਿਕ describe the deformation of a material under non-reversible change of shape in response of applied load. For example, a solid piece of metal begin bent or pounded into new shape. Display plasticity is permanent change occur within the material itself.
Plastic deformation appear in most material including metals, soil, rocks, concrete, foams, etc. Perfect plasticity is property of metal to undergo irreversible deformation without any increase in stress or load. Plastic material with hardening necessitate increasingly higher stress to result in further plastic deformation. Generally, plastic deformation is also dependent on the deformation speed. ਸੋ ਪਲਾਸਟਿਕ ਦੇ ਬਿਹੇਵੀਅਰ ਦੇ ਵਿੱਚ ਇਹ ਕੀ ਆ, ਇੱਕ ਇਰਰਿਵਰਸੀਬਲ ਨੋਨ ਇਰਰਿਵਰਸੀਬਲ ਪ੍ਰੋਸੈਸ ਹੁੰਦਾ ਜਿਸ ਦੇ ਵਿੱਚ ਮਟੀਰੀਅਲ ਨੂੰ ਪਰਮਾਨੈਂਟ ਹੀ ਇੱਕੋ ਸ਼ੇਪ ਵਿੱਚ ਕਨਵਰਟ ਕਰ ਦਿੱਤਾ ਜਾਂਦਾ ਜਦੋਂ ਉਸ ਦੇ ਉੱਪਰ ਕੋਈ ਨਾ ਕੋਈ ਐਕਸਟਰਨਲ ਲੋਡ ਅਪਲਾਈ ਕੀਤਾ ਜਾਂਦਾ। ਫੋਰ ਐਗਜ਼ਾਮਪਲ ਦਿੱਤੀ ਗਈ ਉਹਨਾਂ ਨੇ, ਜਿੱਦਾਂ ਕਿ ਪਰਮਾਨੈਂਟ ਚੇਂਜ ਅਕਰ ਹੁੰਦਾ ਹੈ ਕਿਸ ਚੀਜ਼ ਦੇ ਵਿੱਚ, ਮੈਟਲਸ ਹੁੰਦੇ ਆ, ਠੀਕ ਹੈ, ਸੋਇਲਸ ਹੁੰਦੇ ਆ, ਸੋਇਲ ਦੇ ਵਿੱਚ ਆਪਾਂ ਜਦੋਂ ਪਰਮਾਨੈਂਟ ਲੋਡ ਅਪਲਾਈ ਕਰਦੇ ਹਾਂ, ਲੋਡ ਅਪਲਾਈ ਕਰਦੇ ਹਾਂ, ਉਹ ਇੱਕੋ ਸ਼ੇਪ ਦੇ ਵਿੱਚ ਕਨਵਰਟ ਹੋ ਜਾਂਦੀ। ਹੁਣ ਉਸ ਦੇ ਉੱਪਰ ਸੋਇਲ ਦੇ ਉੱਪਰ ਜਦੋਂ ਆਪਾਂ ਕੋਈ ਨਾ ਕੋਈ ਲੋਡ ਅਪਲਾਈ ਕਰਦੇ ਹਾਂ, ਉਹ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਥੋੜ੍ਹਾ ਵਾਪਸ ਆਉਂਦੀ ਹੈ, ਠੀਕ ਹੈ। ਇਸੇ ਤਰ੍ਹਾਂ ਰੌਕਸ ਹੈ, ਕੰਕਰੀਟ ਦੇ ਉੱਪਰ ਜਿੱਦਾਂ ਅਪਲਾਈਡ ਲੋਡ ਨੂੰ ਅਪਲਾਈ ਕਰਦੇ ਹਾਂ, ਫੋਰਸ ਨੂੰ ਅਪਲਾਈ ਕਰਦੇ ਹਾਂ, ਉਹ ਆਪਣੀ ਉਹੀ ਸ਼ੇਪ ਲੈ ਲੈਂਦਾ ਜੋ ਆਪਾਂ ਉਹਨੂੰ ਦੇਣਾ ਚਾਹੁੰਦੇ ਹਾਂ, ਠੀਕ ਹੈ। ਉਹ ਜਦੋਂ ਆਪਾਂ ਉਸ ਦੇ ਉੱਪਰੋਂ ਆਪਾਂ ਲੋਡ ਨੂੰ ਰਿਮੂਵ ਕਰਦੇ ਹਾਂ, ਫੋਰਸ ਨੂੰ ਰਿਮੂਵ ਕਰਦੇ ਹਾਂ, ਉਹ ਆਪਣੀ ਓਰੀਜਨਲ ਸ਼ੇਪ ਦੇ ਵਿੱਚ ਵਾਪਸ ਨਹੀਂ ਆਉਂਦਾ, ਠੀਕ ਹੈ। ਸੋ ਇਰਰਿਵਰਸੀਬਲ ਡਿਫੋਰਮੇਸ਼ਨ ਹੁੰਦੀ ਆ, ਠੀਕ ਹੈ। ਪਲਾਸਟਿਕ ਡਿਫੋਰਮੇਸ਼ਨ ਜਿਹੜੀ ਆ ਹਾਰਡ ਹੁੰਦੀ ਆ, ਠੀਕ ਹੈ, ਠੀਕ ਹੈ। ਸੋ ਪਲਾਸਟਿਕ ਡਿਫੋਰਮੇਸ਼ਨ ਜਿਹੜੀ ਆ ਡਿਪੈਂਡ ਕਰਦੀ ਆ ਡਿਫੋਰਮੇਸ਼ਨ ਸਪੀਡ ਦੇ ਉੱਪਰ, ਠੀਕ ਹੈ। ਇਲਾਸਟਿਕ ਡਿਫੋਰਮੇਸ਼ਨ ਤੋਂ ਬਾਅਦ ਪਲਾਸਟਿਕ ਡਿਫੋਰਮੇਸ਼ਨ ਆਉਂਦੀ ਆ। ਓਕੇ, ਥੈਂਕ ਯੂ।